देखो फुल फ्राई भी किया गया, हाफ फ्राई भी किया गया, तो क्वार्टर फ्राई भी करके देख लिता गया, लेकिन फिर भी जो है ना वो कुछ जगह ते सानू नज़र आता है कि वो वारदातां जारी ने। वो वारदातां क्यों जारी ने? क्योंकि असला जो है ना वो इलीगल मौजूद है। हुण CCTV ने ते पंजाब पुलिस ने ऐसे लिए फैसला किया है कि जेड़ा जेड़े कोल भी है नजायज़ असला ते इलीगल असला है उहदे कोल बरामद किया जाएगा। बहुत सारे लोगों ने हुण सवाल उठाया है, पुलिस तक भी पहुंचा है, CCTV तक भी पहुंचा है कि उन्होंने कहा है कि असी असला किवें जमा कराइए। मिसाल तो लाहौर दे 2 CCTV दे थाने ने, अगर उत्थे कोई अपना कोई किसी को बंदे को 2 लीगल ने ते 4 इलीगल वैपन ने, वो कहता अगर असी 4 इलीगल वैपन लैके जाने ते साडा की तरीका है कि सानू उत्थे जाके CCTV बिठा नहीं लेगी, की तरीका है कि थाना पुलिस सानू बिठा नहीं लेगी। लिहाजा लोग खौफजदा ने। ਇਹਨੂੰ ਉਹ ਕਹਿੰਦੇ ਨੇ ਕਿ ਇੱਕ ਲੀਗਲ ਛਤਰੀ ਮੁਹੱਈਆ ਕੀਤੀ ਜਾਏ ਕਿ ਇਸ ਤਰੀਕ ਤੋਂ ਲੈ ਕੇ ਇਸ ਤਰੀਕ ਤੱਕ ਜਿਹੜਾ ਅਸਲਾ ਜਮ੍ਹਾਂ ਕਰਾਏਗਾ ਉਹਨੂੰ ਆਇੰਦਾ ਕਦੀ ਵੀ ਪੁੱਛਗਿੱਛ ਨਹੀਂ ਹੋਏਗੀ ਉਸ ਅਸਲੇ ਉੱਤੇ ਜਿਹੜਾ ਉਹਨੇ ਜਮ੍ਹਾਂ ਕਰਾ ਦਿੱਤਾ, ਤੇ ਫਿਰ ਲੋਕੀ ਅਸਲਾ ਜਮ੍ਹਾਂ ਕਰਾਉਣਗੇ। ਨਹੀਂ ਤਾਂ ਦੂਸਰੀ ਸੂਰਤ 'ਚ ਲੋਕੀ ਖੌਫਜ਼ਦਾ ਨੇ, ਉਹ ਕਹਿੰਦੇ ਭਾਈ ਇਹ ਅਸਲਾ ਅਸੀਂ ਜ਼ਮੀਨ ਦਬਾ ਦਿਆਂਗੇ, ਅਸੀਂ ਕਿਸੇ ਦਰਿਆ 'ਚ ਸੁੱਟ ਦਿਆਂਗੇ, ਕਿਸੇ ਨਹਿਰ 'ਚ ਸੁੱਟ ਦਿਆਂਗੇ, ਲੇਕਿਨ ਅਸੀਂ ਕਿਸੇ CCTV ਦੇ ਥਾਣੇ ਜਾਂ ਲਾਹੌਰ ਪੰਜਾਬ ਪੁਲਿਸ ਦੇ ਥਾਣੇ ਜਮ੍ਹਾਂ ਨਹੀਂ ਕਰਾਵਾਂਗੇ, ਕਿਉਂਕਿ ਅਸੀਂ ਗਏ ਤੇ ਫਿਰ ਸਮਝੋ ਅਸੀਂ ਪਕੜੇ ਗਏ। अस्सलाम वालेकुम मित्रों ते भरावो ते वीरो, की हाल है तुहाडा? अज मैं तुहाडे नाल बड़ा अहम जिहड़ा इशू है उहदे ते गल करांगा। गल जिहड़ी है ओह हैगी है CCTV दे जिहड़े सरबराह ने उन्हां ने थोड़े दिन पहले ऐलान कीता सी कि जिहदे कोल गैर कानूनी हथियार ने ओह जमा करा दे ते ओहदे वास्ते बेहतर है। उन्हां ने नाल इह भी दस्सिया सी कि पंजाब विच इस टाइम तकरीबन 10 ਲੱਖ जिहड़ा असला है ओह रजिस्टर है, लेकिन असीं तुहानूं दसदे जाइए कि इह 10 ਲੱਖ ते ओह हैगा जिहड़ा रजिस्टर है, ਜਿਹੜਾ 4 ਤੋਂ 5 ਗੁਣਾ ਅਨਰਜਿਸਟਰਡ ਹੈ ਉਹਦੇ ਬਾਰੇ ਤੇ ਕੋਈ ਗੱਲ ਹੀ ਨਹੀਂ ਕਰਦਾ ਪਿਆ। ਪੰਜਾਬ ਵਿੱਚ ਇਸ ਵਕਤ 40 ਤੋਂ 50 ਲੱਖ ਤੋਂ ਜ਼ਿਆਦਾ ਜਿਹੜਾ ਅਸਲਾ ਹੈ ਉਹ ਮੌਜੂਦ ਹੈ, ਔਰ ਇਹਦੇ 'ਚ 40-50 ਲੱਖ ਜਿਹੜਾ ਅਸਲਾ ਹੈ ਇਹ ਇਲੀਗਲ ਹੈ। ਤੇ ਹੁਣ ਹਕੂਮਤ ਨੇ ਜਿਹੜੀ ਆਪਣੀ ਪਾਲਿਸੀ ਬਣਾਈ ਸੀ ਕਿ ਜਿਹੜੇ ਸਾਰੇ ਹਥਿਆਰ ਜਮ੍ਹਾਂ ਕਰਾ ਦਿਓ, ਤੇ ਲੋਕੀ ਕਿਉਂ ਨਹੀਂ ਜਮ੍ਹਾਂ ਕਰਾਉਂਦੇ ਪਏ? ਇਹਦੇ ਬਾਰੇ ਅਸੀਂ ਜ਼ਰਾ ਤਹਿਕੀਕਾਤ ਕੀਤੀਆਂ, ਅਦਾਰਿਆਂ ਕੋਲੋਂ ਪੁੱਛਿਆ ਔਰ ਕੁਝ ਅਫਸਰਾਨ ਦੇ ਨਾਲ ਵੀ ਗੱਲਬਾਤ ਹੋਈ ਹੈ, ਤੇ ਸੂਰਤ ਹਾਲ बड़ी अजीबो गरीब सामने आई है। तो सारी सूरत हाल असीं तुहाडे सामने रखांगे। हुकूमत पंजाब ने 2016 ਦੇ ਵਿੱਚ ਇੱਕ ਪਾਲਿਸੀ ਜਾਰੀ ਕੀਤੀ ਸੀ ਕਿ ਜਿਹੜੇ ਮੈਨੂਅਲ ਇਸ਼ਤਿਹਾਰ ਹੈ, ਜੇ ਕਾਪੀਆਂ ਉੱਤੇ ਬਣਾਏ ਹੁੰਦੇ ਨੇ, ਕਾਪੀ ਦਾ ਜਿਹੜਾ ਜੀ ਕਿਹਾ ਜੀ ਲਾਇਸੈਂਸ ਹੈਗਾ ਕਾਪੀ ਵਾਲਾ, ਉਹਨੂੰ ਅਸੀਂ ਕੰਪਿਊਟਰਾਈਜ਼ ਕਰਾਂਗੇ। ਤੇ ਕੰਪਿਊਟਰਾਈਜ਼ ਕਰਨ ਵਾਸਤੇ ਉਹਨਾਂ ਨੇ ਇੱਕ ਤਰੀਕਾਕਾਰ ਬਣਾਇਆ ਕਿ ਮਕਾਮੀ ਜਿਹੜੇ ਹਰ ਜ਼ਿਲ੍ਹੇ ਦੇ DC ਨੇ ਤੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਇਖਤਿਆਰ ਦਿੱਤਾ ਕਿ ਬਈ ਉਸ ਬੰਦਿਆਂ ਨੂੰ ਬੁਲਾਓ, ਹਥਿਆਰ ਵਗੈਰਾ ਚੈੱਕ ਕਰੋ, ਉਹਨਾਂ ਦਾ ਮੈਨੂਅਲ ਜਿਹੜਾ ਉਹ ਹੈਗਾ ਕਾਪੀ ਹੈਗੀ ਹੈ, ਜਿਹੜਾ ਉਹਨਾਂ ਦਾ ਲਾਇਸੈਂਸ ਬਣਿਆ ਹੋਇਆ ਹੈ ਕਾਪੀ ਵਾਲਾ ਜਿਹਨੂੰ ਕਹਿੰਦੇ ਨੇ ਆਮ ਅਲਫਾਜ਼ ਦੇ ਵਿੱਚ, ਉਹਦਾ ਚੈੱਕ ਕਰਕੇ ਤੇ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਉਹਨੂੰ ਇੱਕ ਸਰਟੀਫਿਕੇਟ ਜਾਰੀ ਕਰੋ। ਤੇ ਉਸ ਸਰਟੀਫਿਕੇਟ ਨੂੰ ਲੈ ਕੇ ਜਦੋਂ ਨਾਦਰਾ ਕੋਲ ਜਾਣ ਤੇ ਉਹਨਾਂ ਨੂੰ ਕੰਪਿਊਟਰਾਈਜ਼ ਲਾਇਸੈਂਸ ਜਾਰੀ ਕੀਤਾ ਜਾਵੇ। ਲੇਕਿਨ 2016 ਤੋਂ ਲੈ ਕੇ ਇਹ ਸਿਲਸਿਲਾ ਜਿਹਦੀ ਆਖਰੀ ਡੇਟ 31 ਦਸੰਬਰ 2020 ਰੱਖੀ ਗਈ ਸੀ, ਇਹ 4 ਸਾਲਾਂ 'ਚ ਇੰਨਾ ਜ਼ਿਆਦਾ ਲੋਕਾਂ ਨੇ ਜਿਹੜਾ ਨਾ ਕੰਪਿਊਟਰਾਈਜ਼ ਸ਼ਨਾਖਤੀ ਕਾਰਡ ਨਹੀਂ ਬਣਾਏ ਜਿੰਨੇ ਲੋਕਾਂ ਕੋਲ ਹਥਿਆਰ ਮੌਜੂਦ ਸਨ। ਅੱਛਾ, ਜੋ ਉਸ ਤੋਂ ਬਾਅਦ 2020 ਦੇ ਵਿੱਚ ਹਕੂਮਤ ਨੇ ਕਿਹਾ ਜੀ ਕਿ ਜਿਹਦੇ ਕੋਲ ਮੈਨੂਅਲ ਲਾਇਸੈਂਸ ਹੈ ਉਹ ਮਨਸੂਖ ਕਰ ਦਿੱਤਾ ਜਾਏਗਾ ਤੇ ਉਹਦਾ ਅਸਲਾ ਵੀ ਜਿਹੜਾ ਜ਼ਬਤ ਕਰ ਲਿੱਤਾ ਜਾਏਗਾ। ਤੇ ਇਸ ਤੋਂ ਬਾਅਦ ਲੋਕੀ ਫਿਰ ਇਲੀਗਲ ਅਸਲਾ ਲੈਣ ਵੀ ਲੱਗੇ ਤੇ ਰੱਖਣ ਵੀ ਲੱਗੇ। ਉਸ ਤੋਂ ਬਾਅਦ ਇਸ ਸਾਲ 18 ਮਾਰਚ 2025 ਨੂੰ ਹਕੂਮਤ ਨੇ ਫਿਰ ਪਾਲਿਸੀ ਜਾਰੀ ਕੀਤੀ ਵਜ਼ਾਰਤ ਦਾਖਲਾ ਪੰਜਾਬ ਨੇ ਕਿ ਜਿੰਨੇ ਵੀ ਆਪਣਾ ਅਸਲਾ ਜਿਹੜਾ ਮੈਨੂਅਲ ਹੈ ਕਿਤਾਬ ਦੀ ਸੂਰਤ ਲਾਇਸੈਂਸ ਬਣਿਆ ਇਹ ਲੈ ਕੇ ਆਓ ਕਮਿਸ਼ਨਰ ਕੋ ਤੇ ਡਿਪਟੀ ਕਮਿਸ਼ਨਰ ਕੋ, ਤੇ ਇਹਨੂੰ ਕੰਪਿਊਟਰਾਈਜ਼ ਕੀਤਾ ਜਾਏਗਾ ਤਾਂ ਕਿ ਉਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਸਾਹਿਬ ਜਾਰੀ ਕਰਨ ਤੇ ਤੁਹਾਨੂੰ ਫਿਰ ਨਾਦਰਾ ਕੋਲੋਂ ਲਾਇਸੈਂਸ ਜਿਹੜਾ ਹੈ ਉਹ ਕੰਪਿਊਟਰਾਈਜ਼ ਮਿਲ ਜਾਏ। ਲੇਕਿਨ ਇਹ ਮਾਰਚ 2025 ਤੋਂ ਲੈ ਕੇ ਨਵੰਬਰ ਤੱਕ ਜਿੰਨੇ ਲੋਕਾਂ ਨੇ ਤੇ ਕਰਾ ਲਿਆ ਹੈ ਉਹਨਾਂ ਦਾ ਤੇ ਹੋ ਗਿਆ। ਹੁਣ ਹਕੂਮਤ ਨੇ ਫਿਰ ਇੱਕ ਦਫਾ ਐਲਾਨ ਕਰ ਦਿੱਤਾ ਕਿ ਜੀ ਬਸ ਬਹੁਤ ਜ਼ਿਆਦਾ ਅਸਲਾ ਹੋ ਗਿਆ ਹੁਣ ਪੰਜਾਬ ਦੇ ਵਿੱਚ ਇਲੀਗਲ, ਤੇ ਹੁਣ ਇਹਦਾ ਤੋੜ ਇਹੋ ਹੀ ਹੈਗਾ ਕਿ ਇਹ ਜਿਹੜੇ ਮੈਨੂਅਲ ਲਾਇਸੈਂਸ ਨੇ ਇਹ ਵੀ ਖਤਮ ਕੀਤੇ ਜਾਣ ਤੇ ਇਹ ਜਿਨ੍ਹਾਂ ਕੋਲ ਅਸਲਾ ਹੈਗਾ ਉਹਨੂੰ ਵੀ ਜਿਹੜਾ ਨਾ ਜ਼ਬਤ ਕੀਤਾ ਜਾਏ। ਤੇ ਪੰਜਾਬ ਵਿੱਚ ਕਿੰਨਾ ਅਸਲਾ ਹੈਗਾ ਇਹਦੀ ਅਸੀਂ ਤੁਹਾਨੂੰ ਸੂਰਤ ਹਾਲ ਇੱਥੋਂ ਦਿਖਾਉਂਦੇ ਹਾਂ ਕਿ ਇਸ ਸਾਲ ਪੰਜਾਬ ਦੇ 9 ਨਵੰਬਰ ਤੱਕ ਜਿਹੜੇ ਇਸ਼ਤਿਹਾਰੀ ਮੁਲਜ਼ਮ ਸਿਰਫ ਜਿਹੜੇ ਇਸ਼ਤਿਹਾਰੀ ਮੁਲਜ਼ਮ ਫੜੇ ਗਏ ਨੇ ਉਹਨਾਂ ਦੀ ਤਾਦਾਦ 1,18,000 ਹੈ। ਤੇ ਇੱਥੋਂ ਤੁਸੀਂ ਹਿਸਾਬ ਲਓ ਇਹ 1.5-2 ਗੁਣਾ ਇਸ਼ਤਿਹਾਰੀ ਮੁਲਜ਼ਮ ਜਿਹੜੇ ਨੇ ਪੰਜਾਬ ਹੀ ਗ੍ਰਿਫਤਾਰ ਨਹੀਂ ਹੋਏ। ਤੇ ਇਹ ਮੁਲਜ਼ਮਾਂ ਦੀ ਜਦੋਂ ਅਸੀਂ ਵਾਰਦਾਤਾਂ ਦੇ ਉੱਤੇ ਤਹਿਕੀਕਾਤ ਕੀਤੀਆਂ ਤੇ ਸਾਰਾ ਕੱਚਾ ਚੱਠਾ ਇਹਨਾਂ ਦਾ ਨਿਕਾਲਿਆ ਤੇ ਪਤਾ ਚੱਲਿਆ ਕਿ ਇਹਨਾਂ ਚੋਂ ਜਿਹੜੇ ਕਤਲ ਡਕੈਤੀ
ਤੇ ਇਸ ਤੋਂ ਇਲਾਵਾ ਇਜਤਮਾਈ ਕਤਲ ਤੇ ਇਜਤਮਾਈ ਜ਼ਿਆਦਤੀ ਦੇ ਵਿੱਚ ਮੁਲਜ਼ਮ ਸ਼ਾਮਲ ਸਨ। ਉਹਨਾਂ ਕੋਲ ਜਿਹੜਾ ਅਸਲਾ ਸੀ ਉਹ ਇਲੀਗਲ ਹੀ ਸੀ, ਯਾਨੀ ਗੈਰ ਕਾਨੂੰਨੀ ਅਸਲਾ ਹੀ ਸੀ। ਤੇ ਇਹ ਸਭ ਤੋਂ ਜ਼ਿਆਦਾ ਜਿਹੜੀਆਂ ਵਾਰਦਾਤਾਂ ਪੰਜਾਬ 'ਚ ਹੋਈਆਂ ਨਾ, ਜਿਹੜੇ ਇਸ਼ਤਿਹਾਰੀ ਮੁਲਜ਼ਮ ਭੱਜੇ ਹੋਏ ਸਨ, ਇਹ ਸਾਰਿਆਂ ਕੋਲ ਇਲੀਗਲੀ ਜਿਹੜੇ ਨਾ ਉਹ ਵੈਪਨ ਮੌਜੂਦ ਸਨ। ਤੇ ਇਸ ਵਾਸਤੇ ਤੁਸੀਂ ਇੱਥੋਂ ਤਾਦਾਦ ਦਾ ਅੰਦਾਜ਼ਾ ਲਗਾਓ ਕਿ ਅਗਰ 10 ਲੱਖ ਜਿਹੜੇ ਰਜਿਸਟਰ ਨੇ ਅਸਲਾ, ਤੇ ਕੋਈ ਤਕਰੀਬਨ 4-5 ਗੁਣਾ ਯਾਨੀ 40 ਤੋਂ 50 ਲੱਖ ਅਸਲਾ ਇਹੋ ਜਿਹਾ ਪੰਜਾਬ ਦੇ ਲੋਕਾਂ ਕੋਲ ਜਾਂ ਮੁਲਜ਼ਮਾਂ ਕੋਲ ਜਾਂ ਮੁਜਰਮਾਂ ਕੋਲ ਜਾਂ ਇਸ਼ਤਿਹਾਰੀਆਂ ਕੋਲ ਜਾਂ ਸ਼ੂਟਰ ਕੋਲ ਜਾਂ ਡਕੈਤਾਂ ਕੋਲ ਮੌਜੂਦ ਹੈ, ਜਿਹਦਾ ਜਿਹੜਾ ਹੈ ਨਾ ਉਹ ਲੀਗਲ ਹੀ ਨਹੀਂ ਹੈਗਾ। ਅੱਛਾ, ਹੁਣ ਇਹ ਸਵਾਲ ਪੈਦਾ ਹੁੰਦਾ ਕਿ ਇਹ ਅਸਲਾ ਆਂਦਾ ਕਿੱਥੋਂ ਹੈ? ਇਹ ਅਸਲਾ ਜਿਹੜਾ ਹੈ ਇੱਕ ਤੇ ਇੱਥੇ ਜਿਹੜੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਸਲਾ ਡੀਲਰ ਨੇ ਨਾ, ਇਹਨਾਂ ਵਿੱਚ 2 ਨੰਬਰ ਡੀਲਰ ਵੀ ਬੜੇ ਮੌਜੂਦ ਨੇ। ਉਹ ਲੋਕਾਂ ਨੂੰ ਥੋੜੇ ਜਿਹੇ ਉਹਨਾਂ ਨੇ ਅਸਲੇ ਰੱਖੇ ਹੁੰਦੇ ਨੇ, ਐਸੇ ਜਿਹੇ ਲਾਇਸੈਂਸ ਵਾਲੇ, ਤੇ ਕਹਿੰਦੇ ਜੀ ਇਲੀਗਲ ਲੈਣਾ ਤਾਂ ਮਹਿੰਗਾ ਵੀ ਮਿਲੇਗਾ ਤੇ ਪਿਛਲੇ ਸਟੋਰ 'ਚ ਜਾਣਾ ਪਏਗਾ, ਤੁਹਾਨੂੰ ਸਾਹਮਣੇ ਨਹੀਂ ਮਿਲੇਗਾ, ਤੇ ਉਹ ਛੁਪ ਛੁਪਾ ਕੇ ਉਹ ਅਸਲਾ ਦੇ ਦਿੰਦੇ ਨੇ। ਇਸ ਤੋਂ ਇਲਾਵਾ ਇੱਕ ਬੜਾ ਵੱਡਾ ਨੈਟਵਰਕ ਜਿਹੜਾ ਹੈ ਨਾ, ਉਹ KPK ਤੇ ਬਲੋਚਿਸਤਾਨ ਤੋਂ ਆਉਣ ਵਾਲੇ ਜਿਹੜੇ ਪਠਾਨ ਨੇ ਨਾ, ਉਹਨਾਂ ਨੇ ਵੀ ਬਣਾਇਆ ਹੋਇਆ। ਉਹ ਤੇ ਬਕਾਇਦਾ ਪੁੱਛਦੇ ਨੇ ਕਿ ਜੀ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ, ਗੁਜਰਾਂਵਾਲੇ, ਮੀਆਂਵਾਲੀ, ਸਰਗੋਦਾ, ਲਾਹੌਰ, ਇਸ ਤੋਂ ਇਲਾਵਾ ਫੈਸਲਾਬਾਦ, ਜਿਹੜੇ ਸ਼ਹਿਰ 'ਚ ਤੁਹਾਨੂੰ ਅਸਲਾ ਚਾਹੀਦਾ ਹੈ ਉਹ ਮਿਲੇਗਾ, ਉਹਦਾ ਇੱਕ ਰੇਟ ਹੈ। ਅੱਛਾ, ਹੁਣ ਪੁੱਛਿਆ ਜਾਂਦਾ ਕਿ ਵੀ ਇਹ ਅਸਲਾ ਉੱਥੇ ਪਹੁੰਚਦਾ ਕਿਵੇਂ? ਤੇ ਜਨਾਬ, ਇਹ ਜਿਹੜਾ ਮੋਟਰਵੇ ਦੇ ਜ਼ਰੀਏ ਤੇ GT ਰੋਡ ਦੇ ਜ਼ਰੀਏ ਜਿਹੜੇ ਬੜੇ ਹੈਵੀ ਟਰੱਕ ਲੱਦੇ ਹੋਏ ਆਉਂਦੇ ਨੇ ਨਾ, ਜਿਨ੍ਹਾਂ 'ਚ ਬੜੀ ਹੈਵੀ ਚੀਜ਼ਾਂ ਰੱਖੀਆਂ ਹੁੰਦੀਆਂ, ਮਿਸਾਲ ਦੇ ਤੌਰ ਤੇ ਪੱਥਰ ਹੁੰਦਾ ਹੈ, ਸੀਮਟ ਹੁੰਦਾ ਹੈ, ਬਜਰੀ ਹੁੰਦੀ ਹੈ, ਵੱਡੇ ਜਿਹੜੀ ਹੈਵੀ ਚੀਜ਼ਾਂ ਹੁੰਦੀਆਂ, ਇਹਨਾਂ ਦੇ ਥੱਲੇ ਜਿਹੜਾ ਨਾ ਉਹ ਇਸ ਤਰੀਕੇ ਨਾਲ ਛੁਪਾਇਆ ਜਾਂਦਾ ਹੈ ਕਿ ਜਦੋਂ ਪੁਲਿਸ ਵਾਲੇ ਨਾਕੇ ਤੇ ਰੋਕਦੇ ਨੇ ਤੇ ਉਹ ਨਾ ਤੇ ਉਹ ਐਡੀ ਥੱਲਿਓਂ ਮੈਟਲ ਡਿਟੈਕਟਰ ਨਾਲ ਉਹਨਾਂ ਨੂੰ ਫੜੇ ਜਾਂਦੇ, ਤੇ ਨਾ ਹੀ ਉਹ ਇੰਨੀਆਂ ਚੀਜ਼ਾਂ ਜਿਹੜੀ ਐਡੀ ਹੈਵੀ ਲਾਈਆਂ ਜਾਂਦੀਆਂ। ਫਿਰ ਬਾਜ਼ੂਕਾ ਜਿਹੜੇ ਵੱਡੇ ਸਮਗਲਰ ਨੇ ਅਸਲੇ ਦੇ, ਉਹ ਕੀ ਕਰਦੇ ਨੇ ਕਿ 1-2 ਛੋਟੇ ਟਰੱਕ ਫੜਾ ਦਿੰਦੇ ਨੇ, ਜਿੱਥੇ 1-2 ਚੀਜ਼ਾਂ 5-7 ਅਸਲੇ ਦੀਆਂ ਹੁੰਦੇ ਨੇ, ਤੇ ਜਦੋਂ ਵੱਡੀ ਖੈਪ ਆਉਂਦੀ ਹੈ ਉਹਨੂੰ ਉਸ ਤਰੀਕੇ ਨਾਲ ਉਹ ਨਿਕਲਵਾ ਲੈਂਦੇ ਨੇ। ਤੇ ਇਹ ਪਠਾਨ ਜਿਹੜੇ ਨੇ ਇਸ ਤਰ੍ਹਾਂ ਵੀ ਕਰਦੇ ਨੇ, ਕਹਿੰਦੇ ਨੇ ਕਿ ਅਸੀਂ ਤੁਹਾਨੂੰ ਕਾਪੀ ਵਾਲਾ ਮੈਨੂਅਲ ਅਸਲਾ ਦਾ ਲਾਇਸੈਂਸ ਵੀ ਨਾਲ ਪ੍ਰੋਵਾਈਡ ਕਰਾਂਗੇ, ਤੇ ਜਿਹੜਾ ਤੁਹਾਨੂੰ ਅਸੀਂ ਇਲੀਗਲ ਵੈਪਨ ਮੁਹੱਈਆ ਕਰਾਂਗੇ, ਉਸ ਵੈਪਨ ਦਾ ਉੱਤੇ ਨੰਬਰ ਵੀ ਚੜਿਆ ਹੋਏਗਾ। ਇੱਥੋਂ ਤੱਕ ਤੇ ਉਹਨਾਂ ਨੇ ਯਾਨੀ ਸਾਰੇ ਕੰਮ ਮੁਕੰਮਲ ਕੀਤੇ ਹੋਏ ਨੇ। ਤੇ ਹੁਣ CCD ਨੇ ਤੇ ਪੰਜਾਬ ਪੁਲਿਸ ਨੇ ਫੈਸਲਾ ਕੀਤਾ ਹੈ ਕਿ ਇਹਨਾਂ ਸਾਰੇ ਐਸੇ ਜਿਹੜੇ ਇਲੀਗਲ ਵੈਪਨ ਦਾ ਕੰਮ ਕਰਨ ਵਾਲੇ, ਕਿਉਂਕਿ ਪੰਜਾਬ ਵਿੱਚ ਜਿਹੜੀਆਂ ਤਕਰੀਬਨ 50 ਤੋਂ 60% ਬਲਕਿ 70% ਤੱਕ ਜਿਹੜੀ ਪ੍ਰੋਫੈਸ਼ਨਲ ਕ੍ਰਿਮੀਨਲ ਜਰਾਇਮ ਕਰ ਰਹੇ ਨਾ, ਉਹ ਇਲੀਗਲ ਵੈਪਨ ਨਾਲ ਹੋ ਰਿਹਾ। ਤੇ ਇਹ ਜਦੋਂ ਤੱਕ ਇਲੀਗਲ ਵੈਪਨ ਦਾ ਖਾਤਮਾ ਨਹੀਂ ਹੋਏਗਾ ਨਾ, ਤੇ CCD ਦਾ ਉਹ ਖੁਆਬ ਸ਼ਰਮਿੰਦਾ ਤਬੀਰ ਨਹੀਂ ਹੋਏਗਾ ਕਿ ਪੰਜਾਬ ਵਿੱਚ ਜ਼ੀਰੋ ਕ੍ਰਾਈਮ ਦਾ ਜਾਂ ਕਮ ਸੇ ਕਮ 10% 20% ਤੱਕ ਕ੍ਰਾਈਮ ਨੂੰ ਥੱਲੇ ਲਿਆਇਆ ਜਾਏ। ਇਹ ਜਿੰਨੀ ਦੇਰ ਇਲੀਗਲ ਅਸਲਾ ਰੋਕਿਆ ਨਹੀਂ ਜਾਏਗਾ, ਉਦੋਂ ਤੱਕ ਸ਼ਰਮਿੰਦਾ ਤਬੀਰ ਨਹੀਂ ਹੋ ਸਕਦਾ ਇਹ ਖੁਆਬ। ਕਿਉਂਕਿ ਦੇਖੋ, ਫੁੱਲ ਫਰਾਈ ਵੀ ਕੀਤਾ ਗਿਆ, ਹਾਫ ਫਰਾਈ ਵੀ ਕੀਤਾ ਗਿਆ, ਤੇ ਕੁਆਟਰ ਫਰਾਈ ਵੀ ਕਰਕੇ ਦੇਖ ਲਿੱਤਾ ਗਿਆ, ਲੇਕਿਨ ਫਿਰ ਵੀ ਹੈ ਨਾ, ਉਹ ਕੁਝ ਜਗ੍ਹਾ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਉਹ ਵਾਰਦਾਤਾਂ ਜਾਰੀ ਨੇ। ਉਹ ਵਾਰਦਾਤਾਂ ਕਿਉਂ ਜਾਰੀ ਨੇ? ਕਿਉਂਕਿ ਅਸਲਾ ਜਿਹੜਾ ਨਾ ਉਹ ਇਲੀਗਲ ਮੌਜੂਦ ਹੈ। ਹੁਣ CCD ਨੇ ਤੇ ਪੰਜਾਬ ਪੁਲਿਸ ਨੇ ਐਸੇ ਲਈ ਫੈਸਲਾ ਕੀਤਾ ਕਿ ਜਿਹੜੇ ਕੋਲ ਵੀ ਹੈ ਨਜਾਇਜ਼ ਅਸਲਾ ਤੇ ਇਲੀਗਲ ਅਸਲਾ, ਉਹਦੇ ਕੋਲ ਬਰਾਮਦ ਕੀਤਾ ਜਾਏਗਾ। ਤੇ ਹੁਣ ਆਖਰੀ ਇੱਕ ਸਭ ਤੋਂ ਅਹਿਮ ਗੱਲ ਵੀ ਅਸੀਂ ਇੱਥੇ ਕਰਦੇ ਚੱਲੀਏ ਕਿ CCD ਦੇ ਸਰਬਰਾਹ ਸੁਹੇਲ ਜ਼ਫਰ ਚੱਠਾ ਸਾਹਿਬ ਨੇ ਇਹ ਤੇ ਕਹਿ ਦਿੱਤਾ ਸੀ ਕਿ ਜਿਹਦੇ ਕੋਲ ਇਲੀਗਲ ਵੈਪਨ ਹੈ ਉਹ ਜਮ੍ਹਾਂ ਕਰਾ ਦੇ, ਤੁਹਾਨੂੰ ਉਹਦਾ ਜਿਹੜਾ ਨਾ ਉਹਦੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਲੇਕਿਨ ਉਹ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਸਵਾਲ ਉਠਾਇਆ ਹੈ, ਪੁਲਿਸ ਤੱਕ ਵੀ ਪਹੁੰਚਿਆ, CCD ਤੱਕ ਵੀ ਪਹੁੰਚਿਆ, ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲਾ ਕਿਵੇਂ ਜਮ੍ਹਾਂ ਕਰਾਈਏ। ਮਿਸਾਲ ਤੌਰ ਤੇ ਲਾਹੌਰ ਦੇ 2 CCD ਦੇ ਥਾਣੇ ਨੇ, ਅਗਰ ਉੱਥੇ ਕੋਈ ਕਿਸੇ ਕੋਲ ਬੰਦੇ ਕੋਲ 2 ਲੀਗਲ ਨੇ ਤੇ 4 ਇਲੀਗਲ ਵੈਪਨ ਨੇ, ਉਹ ਕਹਿੰਦਾ ਕਿ ਅਸੀਂ 4 ਇਲੀਗਲ ਵੈਪਨ ਲੈ ਕੇ ਜਾਂਦੇ ਹਾਂ, ਤੇ ਸਾਡਾ ਕੀ ਤਰੀਕਾ ਹੈ ਕਿ ਸਾਨੂੰ ਉੱਥੇ ਜਾ ਕੇ CCD ਬਿਠਾ ਨਹੀਂ ਲਏਗੀ, ਇਹ ਕੀ ਤਰੀਕਾ ਹੈ ਕਿ ਥਾਣਾ ਪੁਲਿਸ ਸਾਨੂੰ ਬਿਠਾ ਨਹੀਂ ਲਏਗੀ। ਲਿਹਾਜ਼ਾ ਲੋਕ ਖੌਫਜ਼ਦਾ ਨੇ। ਇਹਨੂੰ ਉਹ ਕਹਿੰਦੇ ਨੇ ਕਿ ਇੱਕ ਲੀਗਲ ਛਤਰੀ ਮੁਹੱਈਆ ਕੀਤੀ ਜਾਏ ਕਿ ਇਸ ਤਰੀਕ ਤੋਂ ਲੈ ਕੇ ਇਸ ਤਰੀਕ ਤੱਕ ਜਿਹੜਾ ਅਸਲਾ ਜਮ੍ਹਾਂ ਕਰਾਏਗਾ, ਉਹਨੂੰ ਆਇੰਦਾ ਕਦੀ ਵੀ ਪੁੱਛਗਿੱਛ ਨਹੀਂ ਹੋਏਗੀ ਉਸ ਅਸਲੇ ਉੱਤੇ ਜਿਹੜਾ ਉਹਨੇ ਜਮ੍ਹਾਂ ਕਰਾ ਦਿੱਤਾ, ਤੇ ਫਿਰ ਲੋਕੀ ਅਸਲਾ ਜਮ੍ਹਾਂ ਕਰਾਉਣਗੇ। ਨਹੀਂ ਤਾਂ ਦੂਸਰੀ ਸੂਰਤ 'ਚ ਲੋਕੀ ਖੌਫਜ਼ਦਾ ਨੇ, ਉਹ ਕਹਿੰਦੇ ਭਾਈ ਇਹ ਅਸਲਾ ਅਸੀਂ ਜ਼ਮੀਨ ਦਬਾ ਦਿਆਂਗੇ, ਅਸੀਂ ਕਿਸੇ ਦਰਿਆ 'ਚ ਸੁੱਟ ਦਿਆਂਗੇ, ਕਿਸੇ ਨਹਿਰ 'ਚ ਸੁੱਟ ਦਿਆਂਗੇ, ਲੇਕਿਨ ਅਸੀਂ ਕਿਸੇ CCD ਦੇ ਥਾਣੇ ਜਾਂ ਲਾਹੌਰ ਪੰਜਾਬ ਪੁਲਿਸ ਦੇ ਥਾਣੇ ਜਮ੍ਹਾਂ ਨਹੀਂ ਕਰਾਵਾਂਗੇ, ਕਿਉਂਕਿ ਅਸੀਂ ਗਏ ਤੇ ਫਿਰ ਸਮਝੋ ਅਸੀਂ ਪਕੜੇ ਗਏ। ਤੇ ਇਸ ਵਾਸਤੇ CCD ਨੂੰ ਤੇ ਪੰਜਾਬ ਪੁਲਿਸ ਨੂੰ ਵਜ਼ਾਰਤ ਦਾਖਲਾ ਨਾਲ ਮਿਲ ਕੇ ਕੋਈ ਐਸਾ ਫਰੇਮਵਰਕ ਬਣਾਉਣਾ ਪਏਗਾ ਤਾਂ ਕਿ ਲੋਕਾਂ ਨੂੰ ਇਤਮਾਦ ਆਏ, ਤੇ ਉਸ ਤੋਂ ਬਾਅਦ ਇਹ ਇਲੀਗਲ ਅਸਲਾ ਜਿਹੜਾ ਉਹ ਜਮ੍ਹਾਂ ਹੋਵੇ ਤੇ ਉਸ ਅਸਲੇ ਨੂੰ ਬਾਅਦ ਚੋਂ ਡੰਪ ਕੀਤਾ ਜਾਏ, ਤਾਂ ਕਿ ਪੰਜਾਬ ਵਿੱਚ ਜਿਹੜੇ ਆ 1.5-2 ਲੱਖ ਇਸ਼ਤਿਹਾਰੀ
ਭੱਜੇ ਫਿਰਦੇ ਨੇ, ਲੁਕੀ ਫਿਰਦੇ ਨੇ, ਇਹਨਾਂ ਨੂੰ ਕਾਬੂ ਕਰਨ ਵਾਸਤੇ ਹੈ ਨਾ ਉਹ ਮੌਕਾ ਮਿਲੇ ਤੇ ਆਇੰਦਾ ਇੰਨੇ ਇਸ਼ਤਿਹਾਰੀ ਵੀ ਨਾ ਬਣਨ, ਕਿਉਂਕਿ ਜਦੋਂ ਇਲੀਗਲ ਅਸਲਾ ਹੀ ਨਹੀਂ ਹੋਏਗਾ ਤੇ ਵਾਰਦਾਤਾਂ ਦੀ ਤਾਦਾਦ ਘੱਟ ਹੋ ਜਾਏਗੀ, ਵਾਰਦਾਤਾਂ ਦੀ ਤਾਦਾਦ ਘੱਟ ਹੋ ਜਾਏਗੀ ਤੇ ਇਸ਼ਤਿਹਾਰੀਆਂ ਦੀ ਤਾਦਾਦ ਵੀ ਘੱਟ ਹੋ ਜਾਏਗੀ, ਤੇ ਇਸ਼ਤਿਹਾਰੀਆਂ ਦੀ ਤਾਦਾਦ ਘੱਟ ਹੋ ਜਾਏਗੀ ਤੇ ਸੂਬੇ 'ਚ ਅਮਨ ਹੋ ਜਾਏਗਾ। ਤੇ ਅਸੀਂ ਤੇ ਆਪ ਚਾਹੁੰਦੇ ਹਾਂ ਕਿ ਵਜ਼ੀਰ ਆਲਾ ਮਰੀਮ ਨਵਾਜ਼ੀ ਦਾ ਜਿਹੜਾ ਖੁਆਬ ਹੈ ਤੇ ਆਈਜੀ ਡਾਕਟਰ ਉਸਮਾਨ ਦਾ ਜਿਹੜਾ ਖੁਆਬ ਹੈ, ਸੀਸੀਡੀ ਦੇ ਸਰਬਰਾਹ ਫੇਲ ਜ਼ਫਰ ਚੱਠਾ ਦਾ ਜਿਹੜਾ ਖੁਆਬ ਹੈ ਕਿ ਪੰਜਾਬ ਵਿੱਚ ਅਸੀਂ ਜ਼ੀਰੋ ਕ੍ਰਾਈਮ ਦਾ ਰੇਟ ਲੈ ਆਈਏ, ਜ਼ੀਰੋ ਤੋਂ ਵੀ ਥੱਲੇ ਲੈ ਆਈਏ। ਤੇ ਲੇਕਿਨ ਇਹ ਖੁਆਬ ਉਦੋਂ ਹੀ ਸ਼ਰਮਿੰਦਾ ਤਬੀਰ ਹੋਏਗਾ ਕਿ ਜਦੋਂ ਸੂਬੇ ਦੇ ਵਿੱਚ ਇਲੀਗਲ ਹਥਿਆਰਾਂ ਦੇ ਉੱਤੇ ਕਾਬੂ ਪਾਇਆ ਜਾਏਗਾ। ਤੇ ਹੁਣ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਹੁੰਦਾ ਪਿਆ ਜੇ ਖਤਮ, ਤੇ ਆਪਣੇ ਮੇਜ਼ਬਾਨ ਇਜਾਜ਼ ਭੱਟ ਨੂੰ ਦਿਓ ਇਜਾਜ਼ਤ, ਰੱਬ ਰਾਖਾ।